ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਸਟ ਨੋਟਸ। ਆਪਾਂ ਪੜ੍ਹ ਰਹੇ ਹਾਂ ਏਂਸ਼ੀਅੰਟ ਹਿਸਟਰੀ ਦੇ ਵਿੱਚ ਚੈਪਟਰ 7 ਜਿਹਦਾ ਨੇਮ ਹੈ ਰਾਜਪੂਤਸ। ਸੋ ਇਸ ਤੋਂ ਪਹਿਲਾਂ ਆਪਾਂ ਵਰਦਨਸ ਦਾ ਟਾਈਮ ਡਿਸਕਸ ਕੀਤਾ ਸੀ। ਉਸ ਤੋਂ ਬਾਅਦ ਆਪਣੇ ਕੋਲ ਆਉਂਦੇ ਨੇ ਰਾਜਪੂਤਸ। ਜਿਵੇਂ ਆਪਾਂ ਦੇਖਿਆ ਹਿਸਟਰੀ ਦੇ ਵਿੱਚ ਇੱਕ ਤੋਂ ਬਾਅਦ ਇੱਕ ਡਾਇਨੈਸਟੀਜ਼ ਨੇ ਜਿਹੜੀਆਂ ਉਹ ਆਉਂਦੀਆਂ ਗਈਆਂ। ਜਿਵੇਂ 4th ਸੈਂਚੁਰੀ ਦੇ ਵਿੱਚ ਆਇਆ ਆਪਣੇ ਕੋਲ ਮੌਰਿਆ ਵੰਸ਼, 6th ਦੇ ਵਿੱਚ ਗੁਪਤ ਡਾਇਨੈਸਟੀ, ਠੀਕ ਹੈ। ਹੌਲੀ ਹੌਲੀ ਇਸੇ ਤਰੀਕੇ ਦੇ ਨਾਲ ਹੀ 8ਵੀਂ ਸਦੀ ਦੇ ਵਿੱਚ ਆਪਣੇ ਕੋਲ ਆ ਜਾਂਦੇ ਨੇ ਰਾਜਪੂਤਸ, ਠੀਕ ਹੈ। ਸਭ ਤੋਂ ਪਹਿਲਾਂ ਜਦੋਂ ਰਾਜਪੂਤ ਕਾਲ ਹੁੰਦਾ ਹੈਗਾ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਫੀਲਡਸ ਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ, ਠੀਕ ਹੈ, ਜਾਣੀ ਕਿ ਉન્નਤੀ ਹੁੰਦੀ ਹੈ। ਆਰਟ ਐਂਡ ਆਰਕੀਟੈਕਚਰ ਦੀ ਜੇ ਗੱਲ ਕਰੀਏ ਤਾਂ ਰਾਜਪੂਤ ਦੇ ਟਾਈਮ ਤੇ ਬਹੁਤ ਸਾਰੇ ਇੰਡੀਆ ਦੇ ਵਿੱਚ ਬਿਲਡਿੰਗਸ ਵਗੈਰਾ ਟੈਂਪਲਸ ਕ੍ਰੀਏਟ ਕੀਤੇ ਗਏ। ਸਾਊਥ ਇੰਡੀਆ ਦੇ ਵਿੱਚ ਰਾਜਸੀ ਤਬਦੀਲੀਆਂ, ਜਿਵੇਂ ਹੁਣ ਤੱਕ ਆਪਾਂ ਜੋ ਵੀ ਡਾਇਨੈਸਟੀਜ਼ ਪੜ੍ਹੀਆਂ ਨੇ ਉਹਨਾਂ ਦਾ ਜਿਹੜਾ ਸੈਂਟਰ ਹੈਗਾ ਇਸਟੈਬਲਿਸ਼ਮੈਂਟ ਰਹੀ ਹੈ ਉਹ ਨਾਰਥ ਇੰਡੀਆ ਦੇ ਵਿੱਚ ਹੀ ਰਹੀ ਹੈ। ਜਿਵੇਂ ਗੁਪਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਮਗਧ ਵਗੈਰਾ ਦੇ ਵਿੱਚ ਹੀ ਰਾਜ ਕੀਤਾ, ਜੋ ਕਿ ਸੈਂਟਰਲ ਇੰਡੀਆ ਥੋੜ੍ਹਾ ਜਿਹਾ ਨਾਰਥ ਵੱਲ ਪੈ ਜਾਂਦਾ ਹੈਗਾ। ਮੌਰਿਆ ਡਾਇਨੈਸਟੀ ਦੀ ਗੱਲ ਕਰੀਏ ਤਾਂ ਉਹ ਵੀ ਪੰਜਾਬ ਦੇ ਏਰੀਏ ਤੋਂ ਜੋ ਕਿ ਨਾਰਥ ਦੇ ਵਿੱਚ ਹੈ ਉਸ ਤੋਂ ਹੀ ਆਪਣਾ ਜਿਹੜਾ ਸਾਮਰਾਜ ਹੈ ਉਹਦੀ ਸ਼ੁਰੂਆਤ ਕਰਦੇ ਨੇ। ਜਿਹੜੇ ਗ੍ਰੀਕਸ ਹੋ ਗਏ, ਇਰਾਨੀਅਨਸ ਹੋ ਗਏ, ਇਹ ਵੀ ਨਾਰਥ ਇੰਡੀਆ ਵੱਲ ਹੀ ਅਟੈਕ ਕਰਦੇ ਸੀ। ਸੋ ਹੁਣ ਤੱਕ ਆਪਾਂ ਜੋ ਵੀ ਹਿਸਟਰੀ ਡਿਸਕਸ ਕੀਤੀ ਸੀ ਉਹ ਨਾਰਥ ਇੰਡੀਆ ਦੀ ਹੀ ਸੀ। ਸਾਊਥ ਇੰਡੀਆ ਦੇ ਕੋਈ ਮੇਨ ਈਵੈਂਟਸ ਹਜੇ ਤੱਕ ਡਿਸਕਸ ਨਹੀਂ ਕੀਤੇ ਗਏ, ਕਿਉਂਕਿ ਜੋ ਮੇਨ ਈਵੈਂਟਸ ਨੇ ਉਹ ਸੈਂਟਰਲ ਇੰਡੀਆ ਜਾਂ ਨਾਰਥ ਇੰਡੀਆ, ਪੰਜਾਬ, ਸਿੰਧ, ਮਾਲਵਾ, ਮਗਧ ਰੀਜਨ ਦੇ ਵਿੱਚ ਹੀ ਹੈਪਨਡ ਹੋਈ। ਸਾਊਥ ਇੰਡੀਆ ਦੇ ਵਿੱਚ ਵੀ ਰਾਜਸੀ ਤਬਦੀਲੀਆਂ ਆਉਣ ਲੱਗੀਆਂ ਜਦੋਂ ਰਾਜਪੂਤਸ ਦਾ ਟਾਈਮ ਸੀਗਾ। ਅਲੱਗ-ਅਲੱਗ ਰਾਜੇ ਆਉਂਦੇ ਗਏ, ਕੁਝ ਵੀਕ ਸੀ, ਕੁਝ ਸਟਰੋਂਗ ਸੀ, ਤਾਂ ਉਧਰ ਵੀ ਕੁਝ ਥੋੜੀਆਂ ਡਾਇਨੈਸਟੀਜ਼ ਬਣਦੀਆਂ ਗਈਆਂ। ਇੰਡੀਆ ਦੇ ਵਿੱਚ ਡਿਵੈਲਪਮੈਂਟ ਕਰਦੇ ਸੀ, ਕੁਝ ਉਸ ਦੀ ਆਰਥਿਕ ਕੰਡੀਸ਼ਨ, ਇਕਨੋਮਿਕ ਕੰਡੀਸ਼ਨ ਸੀ ਉਸ ਨੂੰ ਵੀਕ ਕਰਦੇ ਸੀ। ਮਤਲਬ ਕਿ ਕੁਝ ਪਬਲਿਕ ਦੇ ਲਈ ਫਾਇਦੇਮੰਦ ਹੁੰਦੇ ਸੀ, ਕੁਝ ਨੁਕਸਾਨ ਵੀ ਦੇ ਕੇ ਜਾਂਦੇ ਸੀ। ਅਰਬ ਕਨਕੁਐਸਟ ਆਫ ਸਿੰਧ, ਜਦੋਂ ਰਾਜਪੂਤਸ ਦਾ ਟਾਈਮ ਸੀਗਾ ਤਾਂ ਅਰਬ ਨੇ ਸਿੰਧ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਉਸ ਤੇ ਕਬਜ਼ਾ ਕੀਤਾ। ਤਾਂ ਇਹ ਕੁਝ ਈਵੈਂਟਸ ਨੇ ਜੋ ਰਾਜਪੂਤ ਦੇ ਟਾਈਮਸ ਤੇ ਹੋਏ ਸੀ, ਠੀਕ ਹੈ। ਹੁਣ ਰਾਜਪੂਤ ਦੇ ਟਾਈਮ ਤੇ ਜਾਣੀ ਕਿ 8th ਸੈਂਚੁਰੀ ਤੋਂ ਲੈ ਕੇ 13th ਸੈਂਚੁਰੀ ਤੱਕ ਇਹਨਾਂ ਦਾ ਟਾਈਮ ਪੀਰੀਅਡ ਚੱਲਿਆ। ਇਸੇ ਟਾਈਮ ਪੀਰੀਅਡ ਦੇ ਵਿੱਚ ਅਰਬ ਨੇ ਇੰਡੀਆ ਦੇ ਉੱਤੇ ਅਟੈਕ ਕੀਤਾ। ਇਸ ਤੋਂ ਪਹਿਲਾਂ ਆਪਾਂ ਕਿਹੜੀਆਂ ਫੋਰਨ ਪਾਵਰਸ ਦੇਖੀਆਂ ਸੀ? ਈਰਾਨ ਦੀ ਦੇਖੀ ਸੀ ਐਂਡ ਗ੍ਰੀਕਸ ਦੀ ਦੇਖੀ ਸੀ। ਹੁਣ ਆਪਣੇ ਕੋਲ ਆ ਜਾਂਦੇ ਨੇ ਅਰਬ ਦੇ ਜੋ ਕਿ ਇੰਡੀਆ ਦੇ ਵਿੱਚ ਹੌਲੀ ਹੌਲੀ ਅੱਗੇ ਜਾ ਕੇ ਮੁਸਲਿਮ ਰਿਲੀਜਨ ਦੀ ਇਸਟੈਬਲਿਸ਼ਮੈਂਟ ਕਰਦੇ ਨੇ। ਮੁਹੰਮਦ ਗਜਨੀ 17 ਵਾਰ ਭਾਰਤ ਉੱਤੇ ਹਮਲਾ ਕਰਦਾ ਹੈ, ਠੀਕ ਹੈ। ਇਹ ਯਾਦ ਰੱਖਣਾ ਹੈ ਵੀ ਕਿੰਨੀ ਵਾਰੀ ਉਹ ਹਮਲਾ ਕਰਦਾ ਹੈ ਭਾਰਤ ਤੇ, ਦੈਟ ਇਜ਼ 17 ਟਾਈਮਸ। ਅਲ ਬਿਰੂਨੀ, ਜੋ ਅਲ ਬਿਰੂਨੀ ਹੈ ਉਹ ਕਿਹਾ ਜਾਂਦਾ ਹੈ ਵੀ ਮੁਹੰਮਦ ਗਜਨੀ ਨਾਲ ਭਾਰਤ ਆਇਆ ਸੀ। ਉਸਨੇ ਆਪਣੀ ਕਿਤਾਬ ਲਿਖੀ ਸੀ ਕਿਤਾਬ ਉਲ ਹਿੰਦ, ਜਿਸ ਦੇ ਵਿੱਚ ਉਸਨੇ ਰਾਜਪੂਤ ਦੇ ਟਾਈਮ ਦਾ ਵਰਣਨ ਕੀਤਾ। ਮੁਹੰਮਦ ਗਜਨੀ ਨੇ ਭਾਰਤ ਦੇ ਵਿੱਚ ਆ ਕੇ ਕੀ ਕੁਝ ਕੀਤਾ ਉਹ ਸਭ ਕੁਝ ਉਸਨੇ ਆਪਣੀ ਬੁੱਕ ਕਿਤਾਬ ਉਲ ਹਿੰਦ ਦੇ ਵਿੱਚ ਡਿਸਕ੍ਰਾਈਬ ਕੀਤਾ, ਜੋ ਕਿਹੜੀ ਲੈਂਗੁਏਜ ਦੇ ਵਿੱਚ ਲਿਖੀ ਹੋਈ ਹੈ? ਅਰਬੀ ਭਾਸ਼ਾ ਦੇ ਵਿੱਚ। ਸੋ ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਪੁਆਇੰਟ ਦੈਟ ਹੂ ਇਜ਼ ਅਲ ਬਿਰੂਨੀ। ਅਲ ਬਿਰੂਨੀ ਕੌਣ ਸੀ? ਉਹ ਮੁਹੰਮਦ ਗਜਨੀ ਦੇ ਨਾਲ, ਆਪਾਂ ਇਹਨੂੰ ਇੱਕ ਟਰੈਵਲਰ ਕਹਿ ਸਕਦੇ ਹਾਂ, ਤਾਂ ਮੁਹੰਮਦ ਗਜਨੀ ਦੇ ਨਾਲ ਭਾਰਤ ਵਿੱਚ ਆਇਆ ਸੀ। ਐਂਡ ਹੂ ਇਜ਼ ਦ ਰਾਈਟਰ ਆਫ ਕਿਤਾਬ ਉਲ ਹਿੰਦ? ਕਿਤਾਬ ਉਲ ਹਿੰਦ ਦੀ ਰਚਨਾ ਕਿਸਨੇ ਕੀਤੀ ਹੈ? ਅਲ ਬਿਰੂਨੀ ਨੇ। ਸੋ ਅਰਬ ਕਨਕੁਐਸਟ ਆਫ ਸਿੰਧ, ਜੋ ਅਰਬੀ ਲੋਕ ਸੀ
ਹੁਣ ਉਹਨਾਂ ਨੇ ਵੀ ਦੇਖਿਆ ਵੀ ਜੋ ਭਾਰਤ ਦੀ ਸਥਿਤੀ ਹੈ ਵਰਧਨਸ ਤੋਂ ਬਾਅਦ ਦੁਬਾਰੇ ਕਮਜ਼ੋਰ ਹੋ ਚੁੱਕੀ ਹੈ, ਸੋ ਉਹਨਾਂ ਨੇ ਆਪਣੀ ਜਿਹੜੀ ਪਾਵਰ ਹੈ ਉਹ ਇੰਡੀਆ ਦੇ ਵਿੱਚ ਵੀ ਲਿਆਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਸੋ ਕਹਾਣੀ ਇਹਦੇ ਪਿੱਛੇ ਕੀ ਸੀ ਵੀ 711 ਦੇ ਵਿੱਚ ਲੰਕਾ ਦਾ ਰਾਜਾ ਸੀ ਖਲੀਫਾ। ਠੀਕ ਹੈ, ਸੋ ਖਲੀਫਾ ਦੀ ਇੱਕ ਸ਼ਿਪ ਸੀ, ਸਮੁੰਦਰੀ ਜਹਾਜ਼ ਸੀ। ਠੀਕ ਹੈ, ਜੋ ਕਰਾਚੀ ਦੇ ਬੰਦਰਗਾਹ ਤੋਂ ਲੰਘ ਰਿਹਾ ਸੀ। ਠੀਕ ਹੈ, ਜਦੋਂ ਉਹ ਉਸ ਬੰਦਰਗਾਹ ਉਸ ਪੋਰਟ ਤੋਂ ਲੰਘ ਰਿਹਾ ਸੀ ਤਾਂ ਕੁਝ ਲੁਟੇਰਿਆਂ ਨੇ ਉਸ ਦਾ ਸਮਾਨ ਸੀ ਜੋ ਸ਼ਿਪ ਦੇ ਵਿੱਚ ਉਹ ਲੁੱਟ ਲਿਆ। ਜਦੋਂ ਇਹ ਘਟਨਾ ਵਾਪਰੀ ਤਾਂ ਖਲੀਫਾ ਨੇ ਇਸ ਦਾ ਬਲੇਮ ਕਿਸ ਤੇ ਲਗਾਤਾ? ਦਾਹੀਰ ਤੇ ਲਗਾਤਾ। ਬਟ ਦਾਹੀਰ ਜੋ ਕਿੰਗ ਸੀ ਉਸਨੇ ਮਨਾ ਕਰ ਦਿੱਤਾ ਵੀ ਮੇਰਾ ਦੇਬਲ ਬੰਦਰਗਾਹ ਤੇ ਕੋਈ ਵੀ ਹੱਕ ਨਹੀਂ ਹੈਗਾ, ਸੋ ਇਸ ਇਵੈਂਟ ਦੇ ਪਿੱਛੇ ਮੈਂ ਨਹੀਂ ਹਾਂ। ਬਟ ਜੋ ਖਲੀਫਾ ਸੀ ਉਸਨੂੰ ਦਾਹੀਰ ਤੇ ਯਕੀਨ ਨਹੀਂ ਸੀ, ਉਸਨੂੰ ਇਹੀ ਸੀ ਵੀ ਦਾਹੀਰ ਨੇ ਹੀ ਉਸਦੀ ਸ਼ਿਪ ਤੇ ਅਟੈਕ ਕਰਵਾਏਗਾ। ਸੋ ਹੁਣ ਖਲੀਫਾ ਹੈ ਜਿਹੜਾ ਦਾਹੀਰ ਤੋਂ ਬਦਲਾ ਲੈਣ ਦੇ ਲਈ ਬੁਲਾਉਂਦਾ ਹੈਗਾ ਮੁਹੰਮਦ ਬਿਨ ਕਾਸਿਮ ਨੂੰ। ਇੱਥੇ ਐਂਟਰੀ ਹੁੰਦੀ ਹੈ ਮੁਹੰਮਦ ਬਿਨ ਕਾਸਿਮ ਦੀ, ਜੋ ਕਿ ਫਰਸਟ ਮੁਸਲਿਮ ਹੈ ਜਿਸਨੇ ਇੰਡੀਆ ਦੇ ਉੱਤੇ ਅਟੈਕ ਕੀਤਾ। ਨਾਟ ਮੁਹੰਮਦ ਗਜਨੀ, ਇਟ ਵਾਜ਼ ਮੁਹੰਮਦ ਬਿਨ ਕਾਸਿਮ। ਠੀਕ ਹੈ, ਇਹ ਮੁਹੰਮਦ ਬਿਨ ਕਾਸਿਮ ਸੀ ਜਿਸਨੇ 711 ਈਸਵੀ ਦੇ ਵਿੱਚ ਭਾਰਤ ਦੇ ਉੱਤੇ ਅਟੈਕ ਕੀਤਾ। ਇਹ ਫਰਸਟ ਮੁਸਲਿਮ ਸੀਗਾ। ਠੀਕ ਹੈ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਫਰਸਟ ਅਰਬਨ ਅਟੈਕ ਬਾਈ ਮੁਹੰਮਦ ਬਿਨ ਕਾਸਿਮ। ਕਿਸ ਨੇ ਕਰਵਾਇਆ ਸੀ? ਖਲੀਫਾ ਜੋ ਕਿ ਲੰਕਾ ਦਾ ਰਾਜਾ ਸੀ। ਕਿਸ ਦੇ ਖਿਲਾਫ ਕਰਵਾਇਆ ਸੀ? ਦਾਹੀਰ ਦੇ ਖਿਲਾਫ। ਹੁਣ ਜਿਹੜਾ ਮੁਹੰਮਦ ਬਿਨ ਕਾਸਿਮ ਹੈ ਉਹ ਦਾਹੀਰ ਦੇ ਨਾਲ ਵਾਰ ਕਰਦਾ ਹੈਗਾ, ਲੜਾਈ ਕਰਦਾ ਹੈਗਾ ਤੇ ਆਸਾਨੀ ਦੇ ਨਾਲ ਜਿੱਤ ਜਾਂਦਾ ਹੈ। ਦਾਹੀਰ ਹੈ ਜਿਹੜਾ ਉਹ ਇਸ ਲੜਾਈ ਦੇ ਵਿੱਚ ਮਾਰਿਆ ਜਾਂਦਾ ਹੈ। ਮੁਹੰਮਦ ਬਿਨ ਕਾਸਿਮ ਦੀ ਜਿੱਤ ਹੋਣ ਤੋਂ ਬਾਅਦ ਉਹ ਸਿੰਧ ਤੇ ਮੁਲਤਾਨ ਦੇ ਇਲਾਕੇ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦਾ ਹੈ। ਪਰ ਜਿਹੜਾ ਖਲੀਫਾ ਸੀ ਉਹ ਮੁਹੰਮਦ ਬਿਨ ਕਾਸਿਮ ਨੂੰ ਸਜ਼ਾ ਸੁਣਾਉਂਦਾ ਹੈ, ਕਿਸ ਦੀ? ਮੌਤ ਦੀ ਸਜ਼ਾ ਸੁਣਾਉਂਦਾ ਹੈ। ਸੋ ਆਪਾਂ ਦੇਖ ਸਕਦੇ ਹਾਂ ਖਲੀਫਾ ਕਿੰਨਾ ਹੀ ਜ਼ਿਆਦਾ ਕਰੂਅਲ, ਮਤਲਬ ਕਿ ਜ਼ਾਲਮ ਰਾਜਾ ਸੀ। ਸੋ ਹੌਲੀ ਹੌਲੀ ਖਲੀਫਾ ਦਾ ਵੀ ਕੀ ਹੋ ਗਿਆ? ਪਤਨ ਹੋ ਗਿਆ। ਇਹ ਸਾਰੀ ਘਟਨਾ ਤੋਂ ਬਾਅਦ ਥੋੜੇ ਟਾਈਮ ਤੋਂ ਬਾਅਦ ਆਉਂਦੇ ਨੇ ਆਪਣੇ ਕੋਲ ਮੁਹੰਮਦ ਗਜਨੀ। ਠੀਕ ਹੈ, ਇਹ ਪ੍ਰਸਿੱਧ ਸ਼ਾਸਕ ਸੀ, ਗ੍ਰੇਟ ਰੂਲਰ ਸੀ ਗਜਨੀ ਇੰਪਾਇਰ ਦੇ। ਠੀਕ ਹੈ, ਇਹਨਾਂ ਦੇ ਫਾਦਰ ਦਾ ਨੇਮ ਸੁਬਕਤਗੀਨ ਸੀ। ਇਹਨਾਂ ਨੂੰ ਤੁਰਕਿਸ਼ ਮੰਨਿਆ ਜਾਂਦਾ ਸੀ। 1000 ਈਸਵੀ ਤੋਂ 1027 ਈਸਵੀ ਤੱਕ ਇਹਨਾਂ ਨੇ ਭਾਰਤ ਉੱਤੇ 17 ਹਮਲੇ ਕੀਤੇ। 1000 ਈਸਵੀ ਤੋਂ 1027 ਈਸਵੀ ਤੱਕ। ਸੋ ਇਹ ਟਾਈਮ ਪੀਰੀਅਡ ਵੀ ਬਹੁਤ ਇੰਪੋਰਟੈਂਟ ਹੈ। ਕਿਹੜੇ ਕਿਹੜੇ ਏਰੀਆ ਤੇ ਇਹਨਾਂ ਨੇ ਅਟੈਕ ਕੀਤਾ? ਕਾਲੀ ਨਜ਼ਰ, ਕਨੌਜ, ਇਹ ਇੰਪੋਰਟੈਂਟ ਸਾਈਟ ਹੈਗੀ ਕਹਿ ਸਕਦੇ ਹਾਂ। ਜਿਵੇਂ ਮਗਧ ਪਾਵਰਫੁਲ ਸਟੇਟ ਸੀ, ਕਨੌਜ ਵੀ ਸੀ, ਮਥੁਰਾ, ਮੁਲਤਾਨ, ਨਗਰਕੋਟ, ਥਾਨੇਸ਼ਵਰ। ਸੋ ਜੋ ਵੀ ਇੰਡੀਆ ਦੇ ਇੰਪੋਰਟੈਂਟ ਏਰੀਆ ਸੀ ਉਹਨਾਂ ਨੇ ਇਸ ਤੇ ਕਬਜ਼ਾ ਕਰ ਲਿਆ ਸੀ। ਸੋਮਨਾਥ ਤੇ ਹਮਲਾ ਹੈ ਜਿਹੜਾ ਉਹ ਸਭ ਤੋਂ ਫੇਮਸ ਮੰਨਿਆ ਜਾਂਦਾ ਹੈਗਾ। ਸੋਮਨਾਥ ਕੀ ਹੈ? ਇਹ ਇੱਕ ਟੈਂਪਲ ਹੈ ਗੁਜਰਾਤ ਦੇ ਵਿੱਚ। ਮੰਨਿਆ ਜਾਂਦਾ ਵੀ ਉਹ ਮੁਹੰਮਦ ਗਜਨੀ ਦਾ 16ਵਾਂ ਹਮਲਾ ਸੀਗਾ। ਕਿਸ ਟਾਈਮ ਤੇ ਕੀਤਾ ਸੀ? 1025 ਈਸਵੀ ਦੇ ਵਿੱਚ ਕੀਤਾ ਸੀ। ਟੈਂਪਲ ਸੀ ਜਿਹੜਾ ਸੋਮਨਾਥ ਦਾ ਉਹ ਬਹੁਤ ਹੀ ਰਿਚ ਸੀ, ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਧਨ ਸੀਗਾ ਤੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਵੀ ਸੀਗਾ ਇਸ ਦੇ ਕਰਕੇ, ਅਪਾਰ ਧਨ ਕਰਕੇ। ਸੋ ਕਿਤੇ ਨਾ ਕਿਤੇ ਗਜ਼ਨੀ ਦੀ ਇਸ ਟੈਂਪਲ ਤੇ ਬਹੁਤ ਟਾਈਮ ਤੋਂ ਅੱਖ ਸੀ। ਉਹ ਮੇਨ ਮੋਟਿਵ ਭਾਰਤ ਦੇ ਵਿੱਚ ਆਹੀ ਲੈ ਕੇ ਆਇਆ ਸੀ ਕੀ ਪ੍ਰਾਪਤ ਕਰਨ? ਧਨ ਪ੍ਰਾਪਤ ਕਰਨ, ਅਮੀਰ ਹੋਣ। ਠੀਕ ਹੈ, ਜੋ ਵੀ ਭਾਰਤ ਦੀ ਦੌਲਤ ਹੈ ਉਸ ਨੂੰ ਲੁੱਟਣ ਮੁਹੰਮਦ ਗਜ਼ਨੀ ਆਇਆ ਸੀ। ਇਹੀ ਇਸ ਦਾ ਮੇਨ ਏਮ ਸੀਗਾ। ਸੋ ਉਹਨੂੰ ਸੋਮਨਾਥ ਤੇ ਮੌਕਾ ਮਿਲਦਾ ਹੈ ਤੇ 1025 ਈਸਵੀ ਦੇ ਵਿੱਚ ਮੌਕਾ ਮਿਲਦਾ ਤਾਂ ਉਹ 16ਵਾਂ ਹਮਲਾ ਆਪਣਾ ਇਸ ਮੰਦਿਰ ਤੇ ਕਰ ਦਿੰਦਾ ਹੈਗਾ। ਸੋ ਜਦੋਂ ਅਟੈਕ ਕਰਦਾ ਸੋ ਓਬਵੀਅਸ ਜੀ ਗੱਲ ਹੈ ਉਹ ਟੈਂਪਲ ਨੂੰ ਡਿਸਟਰੋਏ ਹੀ ਕਰੇਗਾ। ਠੀਕ ਹੈ, ਸਾਰੇ ਜੋ ਵੀ ਹੀਰੇ ਜਵਾਹਰਾਤ ਸੀ ਉਸਨੇ ਉਸ ਮੰਦਿਰ ਤੋਂ ਪ੍ਰਾਪਤ ਕੀਤੇ ਤੇ ਇਹ ਅਟੈਕ ਨੂੰ ਫੇਮਸ ਮੰਨਿਆ ਜਾਂਦਾ ਹੈ
ਕਿਹੜਾ ਅਟੈਕ ਸੀ 16th, ਕਦੋਂ ਕੀਤਾ ਸੀ 1025 ਦੇ ਵਿੱਚ, ਗੁਜਰਾਤ ਦੇ ਵਿੱਚ ਸਥਿਤ ਹੈ। ਕਿਉਂ ਕੀਤਾ ਸੀ? ਧਨ ਲੈਣ ਦੇ ਲਈ, ਠੀਕ ਹੈ। ਹੁਣ ਮੁਹੰਮਦ ਗਜ਼ਨੀ ਦੇ ਪ੍ਰਭਾਵ ਕੀ ਪਏ ਭਾਰਤ ਦੇ ਉੱਤੇ? ਇੰਡੀਆ ਐਡਡ ਟੂ ਗਜ਼ਨੀ ਇੰਪਾਇਰ, ਉਸਨੇ ਬਹੁਤ ਸਾਰੇ ਏਰੀਆਜ਼ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਸੀ, ਜਿਹਦੇ ਕਰਕੇ ਭਾਰਤ ਦੇ ਵਿੱਚ ਹੁਣ ਗਜ਼ਨੀ ਇੰਪਾਇਰ ਦਾ ਰਾਜ ਚੱਲਦਾ ਸੀ। ਵੀਕ ਪੋਲੀਟੀਕਲ ਕੰਡੀਸ਼ਨਸ, ਜੋ ਭਾਰਤ ਦੀਆਂ ਰਾਜਨੀਤਿਕ ਕਮਜ਼ੋਰੀਆਂ ਸੀ ਉਸਦੇ ਭੇਦ ਖੁੱਲ੍ਹਣ ਲੱਗ ਗਏ, ਕਿਉਂਕਿ ਆਪਾਂ ਹੁਣ ਤੱਕ ਦੇਖਿਆ ਏਂਸ਼ੀਅੰਟ ਹਿਸਟਰੀ ਦੇ ਵਿੱਚ ਵੀ ਵਾਰ-ਵਾਰ ਜਿਹੜੇ ਫੋਰਨ ਪਾਵਰਸ ਨੇ ਉਹ ਇੰਡੀਆ ਦੇ ਉੱਤੇ ਅਟੈਕ ਕਰਦੇ ਨੇ। ਇਹਦੇ ਪਿੱਛੇ ਕੀ ਰੀਜ਼ਨ ਹੈ? ਵੀ ਇੰਡੀਆ ਦੇ ਵਿੱਚ ਜਦੋਂ ਵੀ ਕੋਈ ਵੀ ਪਾਵਰਫੁਲ ਰੂਲਰ ਦਾ ਖਾਤਮਾ ਹੋਇਆ, ਜਦੋਂ ਵੀ ਉਹਨਾਂ ਦੀ ਡਾਇਨੈਸਟੀ ਖਤਮ ਹੋਈ ਹੈ, ਉਸ ਤੋਂ ਬਾਅਦ ਛੋਟੇ-ਛੋਟੇ ਰਾਜ ਬਣ ਜਾਂਦੇ ਨੇ। ਹਰ ਵਾਰ ਦੀ ਤਰ੍ਹਾਂ ਉਹ ਆਪਸ ਦੇ ਵਿੱਚ ਹੀ ਲੜੀ ਜਾਂਦੇ ਨੇ ਤੇ ਉਹਨਾਂ ਦਾ ਇੰਡੀਆ ਦੇ ਉੱਤੇ ਪਬਲਿਕ ਵੈਲਫੇਅਰ ਦੇ ਉੱਤੇ ਕੋਈ ਧਿਆਨ ਨਹੀਂ ਜਾਂਦਾ, ਉਹਨਾਂ ਦੇ ਵਿੱਚ ਯੂਨਿਟੀ ਨਹੀਂ ਰਹਿੰਦੀ। ਇਸ ਗੱਲ ਦਾ ਫਾਇਦਾ ਉਠਾ ਕੇ ਜੋ ਬਾਹਰਲੇ ਫੋਰਨ ਰੂਲਰ ਨੇ ਉਹ ਇੰਡੀਆ ਦੇ ਉੱਤੇ ਹਮਲਾ ਕਰਦੇ ਨੇ। ਤਾਂ ਇਸ ਤਰੀਕੇ ਦੇ ਨਾਲ ਪੋਲੀਟੀਕਲ ਕੰਡੀਸ਼ਨ ਹੈ ਜਿਹੜੀ ਉਸ ਦੇ ਭੇਦ ਸਾਰਿਆਂ ਕੋਲ ਖੁੱਲ੍ਹ ਗਏ ਵੀ ਭਾਰਤ ਤਾਂ ਇੱਕ ਕਮਜ਼ੋਰ ਦੇਸ਼ ਹੈ। ਕਿਲਡ ਮੈਨੀ ਪੀਪਲਸ, ਬਹੁਤ ਲੋਕਾਂ ਨੂੰ ਉਸਨੇ ਮਾਰਿਆ। ਡੈਸਟਰॉयड ਪ੍ਰੀਸ਼ੀਅਸ ਬਿਲਡਿੰਗਸ, ਬਹੁਤ ਸਾਰੀਆਂ ਸੋਮਨਾਥ ਟੈਂਪਲ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਬਿਲਡਿੰਗਸ ਨੂੰ ਇਸਨੇ ਨੁਕਸਾਨ ਪਹੁੰਚਾਇਆ ਜੋ ਕਿ ਭਾਰਤ ਦੀਆਂ ਬਹੁਤ ਹੀ ਪ੍ਰੀਸ਼ੀਅਸ ਬਿਲਡਿੰਗ ਸੀ। ਵੀਕ ਇਕਨੋਮੀ, ਅਰਥ ਵਿਵਸਥਾ ਦੇ ਭਾਰੀ ਅਸਰ, ਉਸਨੇ ਇਕਨੋਮੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਫਿਰ ਜਿਹੜਾ ਭਾਰਤ ਹੈ ਉਹ ਕੀ ਹੋ ਗਿਆ ਸੀਗਾ? ਆਰਥਿਕ ਦੇ ਵਿੱਚ ਕਮਜ਼ੋਰ ਹੋ ਗਿਆ ਸੀ ਕਿਉਂਕਿ ਉਹ ਸਾਰਾ ਕੁਝ ਲੁੱਟ ਕੇ ਲੈ ਗਿਆ ਸੀ ਆਪਣੀ ਕੰਟਰੀ ਦੇ ਵਿੱਚ। ਰਾਜਪੂਤਸ ਆਉਂਦੇ ਨੇ ਇਹ ਸਾਰੇ ਇਵੈਂਟਸ ਤੋਂ ਬਾਅਦ। ਭਾਰਤ ਦੇ ਵਿੱਚ ਵੱਖ-ਵੱਖ ਰਾਜਪੂਤ ਵੰਸ਼ ਸਨ, ਜਿਵੇਂ ਕਿ ਪ੍ਰਤਿਹਾਰ, ਇਹ ਰਾਜਸਥਾਨ ਦੇ ਵਿੱਚ, ਪਰਮਾਰ ਮਾਲਵਾ ਦੇ ਵਿੱਚ, ਚੌਹਾਨ ਇਹ ਸਭ ਤੋਂ ਵੱਧ ਪ੍ਰਸਿੱਧ ਸੀਗੇ। ਰਾਜਪੂਤ ਕੋਈ ਇੱਕ ਡਾਇਨੈਸਟੀ ਨਹੀਂ ਸੀ, ਇਹ ਅਲੱਗ-ਅਲੱਗ ਡਾਇਨੈਸਟੀਜ਼ ਸੀਗੀਆਂ, ਜਿਵੇਂ ਕਿ ਆਪਾਂ ਹੁਣੀ ਡਿਸਕਸ ਕੀਤਾ ਲਾਈਕ ਚੌਹਾਨ, ਪ੍ਰਤਿਹਾਰ, ਪਰਮਾਰ, ਇਹ ਇੰਡੀਆ ਦੇ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਰਾਜ ਕਰਦੇ ਸੀ। 1178 ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਹੈ ਜਿਹੜਾ ਉਹ ਰਾਜ ਕਰ ਰਿਹਾ ਹੁੰਦਾ ਹੈਗਾ ਤੇ 1192 ਦੇ ਵਿੱਚ ਬੈਟਲ ਆਫ ਤਰੈਣ, ਜਾਣੀ ਕਿ ਤਰੈਣ ਦਾ ਯੁੱਧ ਹੁੰਦਾ ਪ੍ਰਿਥਵੀ ਰਾਜ ਚੌਹਾਨ ਦਾ ਮੁਹੰਮਦ ਗੌਰੀ ਦੇ ਨਾਲ। ਫਸਟ ਦੇ ਵਿੱਚ ਤਾਂ ਪ੍ਰਿਥਵੀ ਰਾਜ ਚੌਹਾਨ ਹੀ ਜਿੱਤਦਾ ਹੈਗਾ, ਪਰ ਸੈਕਿੰਡ ਦੇ ਵਿੱਚ ਕੌਣ ਜਿੱਤਦਾ ਹੈਗਾ? ਮੁਹੰਮਦ ਗੌਰੀ ਜਿੱਤਦਾ ਹੈਗਾ। ਤਾਂ ਇਸੇ ਤਰ੍ਹਾਂ ਭਾਰਤ ਦੇ ਵਿੱਚ ਮੁਸਲਿਮ ਰਾਜ ਦੀ, ਠੀਕ ਹੈ, ਮੁਸਲਿਮ ਧਰਮ ਦੀ ਹੌਲੀ ਹੌਲੀ ਸ਼ੁਰੂਆਤ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਵੇਂ ਹੋਰ ਰਾਜ ਕਿਹੜੇ ਆ? ਤੋਮਰਸ ਆ ਗਏ, ਚੰਦੇਲ ਆ ਗਏ। ਤਾਂ ਰਾਜਪੂਤ ਕੋਈ ਇੱਕ ਡਾਇਨੈਸਟੀ ਨਹੀਂ ਸੀ, ਅਲੱਗ-ਅਲੱਗ ਡਾਇਨੈਸਟੀਜ਼ ਸੀਗੀਆਂ। ਸਟਰਗਲ ਫॉर ਕਨੌਜ, ਰਾਜਪੂਤਸ ਨੇ ਵੀ ਇੰਡੀਆ ਦੀ ਬਹੁਤ ਡਿਵੈਲਪਮੈਂਟ ਕੀਤੀ, ਅਲੱਗ-ਅਲੱਗ ਏਰੀਆ ਤੇ ਭਾਰਤ ਦੀ ਸੁਰੱਖਿਆ ਕੀਤੀ, ਫੋਰਨ ਅਟੈਕਸ ਤੋਂ ਬਚਾਉਂਦੇ ਰਹੇ। ਰਾਜਪੂਤਸ ਨੂੰ ਬਹੁਤ ਹੀ ਇੱਕ ਪਾਵਰਫੁਲ ਕਮਿਊਨਿਟੀ ਮੰਨਿਆ ਜਾਂਦਾ ਹੈ। ਹਰਸ਼ਵਰਧਨ ਨੇ, ਆਪਾਂ ਵਰਧਨ ਟਾਈਮਸ ਦੇ ਵਿੱਚ ਪੜ੍ਹਿਆ ਸੀ ਵੀ ਹਰਸ਼ਵਰਧਨ ਜੋ ਕਿ ਇੱਕ ਸਟਰੋਂਗ ਰੂਲਰ ਸੀਗਾ ਉਸ ਟਾਈਮ ਦਾ, ਉਸਨੇ ਕਨੌਜ ਨੂੰ ਜਿੱਤ ਕੇ ਉਸਨੂੰ ਕੈਪੀਟਲ ਬਣਾ ਲਿਆ ਸੀਗਾ। ਸੋ ਐਵੇਂ ਹੀ ਹੌਲੀ ਹੌਲੀ ਰਾਜਪੂਤ ਦੇ ਟਾਈਮ ਦੇ ਵਿੱਚ ਪਾਲ, ਰਾਸ਼ਟਰਕੂਟ ਤੇ ਪ੍ਰਤਿਹਾਰ, ਇਹ ਤਿੰਨਾਂ ਰਾਜਵੰਸ਼ਾਂ ਦੇ ਵਿੱਚ ਕਨੌਜ ਦੇ ਲਈ ਜੰਗ ਛਿੜਦੀ ਹੈ। ਤਾਂ ਜਦੋਂ ਇਹਨਾਂ ਤਿੰਨਾਂ ਦੇ ਵਿੱਚ ਫਾਈਟ ਹੋਣੀ ਸ਼ੁਰੂ ਹੁੰਦੀ ਹੈ, ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ, ਤਾਂ ਰਾਜਪੂਤਸ ਨੂੰ ਸਟਰਗਲ ਕਰਨਾ ਪੈਂਦਾ ਹੈ ਬਹੁਤ ਸਾਰਾ ਕਨੌਜ ਦੇ ਲਈ, ਠੀਕ ਹੈ। ਫੇਮਸ ਵਾਰ ਕਹਿ ਲਈਏ ਮੰਨੀ ਜਾਂਦੀ ਹੈ ਰਾਜਪੂਤ ਟਾਈਮ ਦੀ, ਜਿਵੇਂ ਅਸ਼ੋਕਾ ਦੀ ਜਿਹੜੀ ਫੇਮਸ ਵਾਰ ਸੀ ਉਹ ਕਲਿੰਗ ਵਾਰ ਸੀ ਉੜੀਸਾ ਦੇ ਵਿੱਚ, ਸੇਮ ਰਾਜਪੂਤ ਦੀ ਕਨੌਜ ਦੀ ਸੀ, ਠੀਕ ਹੈ। ਜੇ ਆਪਾਂ ਇਹਨਾਂ ਦੇ ਸਿਸਟਮ ਦੀ ਗੱਲ ਕਰੀਏ ਤਾਂ ਗੁੱਡ ਐਡਮਿਨਿਸਟ੍ਰੇਸ਼ਨ ਸੀ, ਲੋਕਾਂ ਦੀ ਭਲਾਈ ਹੀ ਸੋਚੀ ਜਾਂਦੀ ਸੀ। ਸੋਸ਼ਲ ਲਾਈਫ ਦੇ ਵਿੱਚ ਕਾਸਟ ਸਿਸਟਮ ਤਾਂ ਹੈਗਾ ਸੀ, ਬਟ ਵੂਮੈਨਸ ਦੀ ਰਿਸਪੈਕਟ ਕੀਤੀ ਜਾਣ ਲੱਗੀ। ਰਿਲੀਜੀਅਸ ਲਾਈਫ ਇਹ ਹਿੰਦੂਜ਼ਮ ਨੂੰ ਹੀ ਮੰਨਦੇ ਸੀ। ਹਰੇਕ ਚੀਜ਼ ਦੇ ਵਿੱਚ ਇਹਨਾਂ ਨੇ ਉન્નਤੀ ਕੀਤੀ ਹੈ, ਆਰਕੀਟੈਕਚਰ, ਸਕਲਪਚਰਿੰਗ, ਪੇਂਟਿੰਗ ਐਂਡ ਲਿਟਰੇਚਰ। ਸੋ ਇਹ ਸੀ ਆਪਣੇ ਕੋਲ ਰਾਜਪੂਤ ਦਾ ਟਾਈਮ ਪੀਰੀਅਡ। ਓਨਲੀ ਇੰਪੋਰਟੈਂਟ ਪੁਆਇੰਟ ਹੀ ਡਿਸਕਸ ਕੀਤੇ ਗਏ ਨੇ। ਸਭ ਤੋਂ ਪਹਿਲਾਂ ਮੁਹੰਮਦ ਕਾਸਿਮ ਆਉਂਦੇ ਨੇ, ਫਿਰ ਗਜ਼ਨੀ ਆਉਂਦੇ ਨੇ। ਹੌਲੀ ਹੌਲੀ ਰਾਜਪੂਤ ਦੀ ਸ਼ੁਰੂਆਤ ਹੁੰਦੀ ਹੈ, ਅਲੱਗ-ਅਲੱਗ ਡਾਇਨੈਸਟੀਜ਼ ਹੁੰਦੀਆਂ ਨੇ, ਅਲੱਗ-ਅਲੱਗ ਏਰੀਆਜ਼ ਦੇ ਵਿੱਚ ਇੰਡੀਆ ਦੀ ਵਧੀਆ ਡਿਵੈਲਪਮੈਂਟ ਕਰਦੇ ਨੇ।
ਫੇਮਸ ਜਿਹੜੀ ਬੈਟਲ ਹੈ ਉਹ ਸੀਗੀ ਬੈਟਲ ਆਫ ਤਰੈਨ ਦੀ, ਜੋ ਕਿ ਪ੍ਰਿਥਵੀ ਰਾਜ ਚੌਹਾਨ ਤੇ ਮੁਹੰਮਦ ਗੌਰੀ ਦੇ ਵਿੱਚ ਹੋਈ ਸੀ। ਫਸਟ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਜਿੱਤਿਆ ਤੇ ਸੈਕਿੰਡ ਦੇ ਵਿੱਚ ਮੁਹੰਮਦ ਗੌਰੀ ਨੇ ਜਿੱਤ ਕੇ ਮੁਸਲਿਮ ਰੂਲਰ ਦੀ ਸ਼ੁਰੂਆਤ ਕੀਤੀ। ਫਿਰ ਇਹਨਾਂ ਤਿੰਨਾਂ ਦੇ ਵਿੱਚ ਰਾਜਪੂਤ ਪਾਲ ਰਾਸ਼ਟਰਕੂਟ ਪ੍ਰਤਿਹਾਰ ਦੇ ਵਿੱਚ ਕਨੌਜ ਦੇ ਲਈ, ਜੋ ਕਿ ਇੱਕ ਕੈਪੀਟਲ ਬਣਾਈ ਗਈ ਸੀ ਹਰਸ਼ਵਰਧਨ ਵੱਲੋਂ, ਉਸ ਦੇ ਲਈ ਸਟਰਗਲ ਚੱਲਦਾ ਹੈ। ਗੁੱਡ ਐਡਮਿਨਿਸਟ੍ਰੇਸ਼ਨ, ਸੋਸ਼ਲ ਲਾਈਫ, ਸਭ ਕੁਝ ਦੇ ਵਿੱਚ ਇਹਨਾਂ ਨੇ ਡਿਵੈਲਪਮੈਂਟ ਕੀਤੀ ਸੀ। ਸੋ ਇਹ ਸੈਕਿੰਡ ਲਾਸਟ ਚੈਪਟਰ ਸੀਗਾ ਏਂਸ਼ੀਅੰਟ ਹਿਸਟਰੀ ਦਾ। ਇਸ ਤੋਂ ਅੱਗੇ ਲਾਸਟ ਆਪਣਾ ਚੈਪਟਰ ਬਚਿਆ ਹੈਗਾ ਸਾਊਥ ਇੰਡੀਆ ਦੇ ਰੂਲਰਸ। So if you like my content and effort, please like and subscribe my channel. Thank you.